ਕਾਂਡ ਦੇ ਵਿੱਚ ਗੁਰਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਪਿਤਾ ਸਾਧੂ ਸਿੰਘ ਸਾਡੇ ਨਾਲ ਮੌਜੂਦ ਨੇ। ਹੁਣ ਇਸ ਮੁੱਦੇ ਦੇ ਉੱਤੇ ਰਾਜਨੀਤੀ ਹੋ ਰਹੀ ਹੈ, ਤੁਸੀਂ ਵੀ ਇਹਦਾ ਵਿਰੋਧ ਕਰ ਰਹੇ ਹੋ। ਹੁਣ ਕੀ ਕਦਮ ਚੁੱਕਣ ਜਾ ਰਹੇ ਹੋ? 2022 ਦੀ ਚੋਣਾਂ ਦੇ ਵਿੱਚ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਤਾਂ ਕਹਿੰਦੇ ਵੀ ਇਹ ਤੇ ਰਾਜਨੀਤੀ ਨਾ ਹੋਵੇ, ਇਨਸਾਫ ਹੋਵੇ। ਇਹ ਹਮੇਸ਼ਾ ਇਹਨਾਂ ਨੇ ਅਕਾਲੀ ਦਲ ਆ ਜਿਹੜਾ ਝੂਠ ਬੋਲ ਕੇ ਹਰੇਕ ਚੀਜ਼ 'ਚ ਹਰੇਕ ਜਾਂਚ ਰੁਕਾਵਟ ਪਾਈ ਹੈ ਉਹਨਾਂ ਨੇ ਹਰੇਕ ਜਗ੍ਹਾ ਤੇ। ਹੁਣ ਵੀ ਉਹ ਗਲਤ ਬਿਆਨਬਾਜ਼ੀਆਂ ਕਰਕੇ ਉਹ ਕਰ ਰਹੇ ਆ। ਅਸੀਂ ਤਾਂ ਕਹਿੰਦੇ ਜੇ ਉਹਨੇ ਕਿਹਾ, ਮੈਂ ਕਹਿੰਦਾ ਆਪਦੇ ਦਿਲੋਂ ਵੀ ਬਲਰਾਮ ਜਾਖੜ ਸੁਨੀਲ ਜਾਖੜ ਨੇ ਜੇ ਕਿਹਾ ਵੀ ਇਹ ਰਾਹ ਬਾਈਬਲ ਕਲਾਂ ਤੋਂ ਹੋ ਕੇ ਜਾਂਦਾ ਹੈ ਤੇ ਉਹਨਾਂ ਨੂੰ ਚਾਹੀਦਾ ਵੀ ਉਦੋਂ ਪਹਿਲਾਂ ਇਹ ਕਰਨ ਤੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ, ਇਨਸਾਫ ਦੇਣ ਉਦੋਂ ਪਹਿਲਾਂ ਤੁਹਾਨੂੰ। ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਇਸ ਦੀ ਇੱਕ ਸੌਂਕ ਚੁੱਕੀ ਸੀ ਕਿ ਸਾਰੇ ਐਸੇ ਕੰਮਾਂ ਨੂੰ ਅਸੀਂ ਪਾਸੇ ਲਾਵਾਂਗੇ, ਇਨਸਾਫ ਦਿਵਾਵਾਂਗੇ, ਕਿ 4.5 ਸਾਲ ਹੋ ਗਏ, ਕਿਉਂ ਅਜੇ ਤੱਕ ਇਨਸਾਫ ਨਹੀਂ ਮਿਲ ਚੁੱਕਿਆ? ਇਹ ਦੇਖੋ ਜੀ, ਉਹ ਤਾਂ ਸਾਨੂੰ ਉਹੀ ਦੱਸ ਸਕਦੇ। ਸਾਨੂੰ ਤਾਂ ਅੱਜ ਵੀ ਉਮੀਦ ਹੈ, ਹਜੇ ਤੱਕ ਵੀ ਉਮੀਦ ਹੈ। ਤਾਂ ਹਜੇ ਤੱਕ ਨਾ ਉਹਨਾਂ ਨੇ ਜਿਹੜੇ ਸਾਡੇ ਨਾਲ ਕੋਈ ਵਾਅਦੇ ਕਰੇ ਸੀ ਇੱਕ ਵੀ ਪੂਰਾ ਨਹੀਂ ਕਰਿਆ। ਜੋ ਵੀ ਵਾਅਦੇ ਕਰੇ ਸੀ ਅਸੀਂ ਥੱਕ ਗਏ, ਚੱਕਰ ਮਾਰ ਕੇ ਆ ਕੇ ਉਹਨਾਂ ਨੂੰ ਯਾਦ ਪੱਤਰ ਦੇ ਕੇ ਕਰਕੇ ਤੇ ਕਰਿਆ ਨਹੀਂ ਗਿਆ। ਪਰ ਉਮੀਦ ਹੈ ਅਖੀਰ ਤੱਕ ਕੁਛ ਨਾ ਕੁਛ ਕਰਨਗੇ। ਤੇ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਇਸ ਮੁੱਦੇ ਨੂੰ ਚੁੱਕਦੇ ਰਹੇ, ਆਪਣੀ ਸਰਕਾਰ ਨੂੰ ਘੇਰਦੇ ਰਹੇ। ਹੁਣ ਉਹਨਾਂ ਨੂੰ ਪ੍ਰਧਾਨਗੀ ਵੀ ਮਿਲ ਚੁੱਕੀ ਹੈ ਕਿ ਹੁਣ ਉਮੀਦ ਬੰਦੀ ਹੈ ਕਿ ਹੁਣ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਕੁਝ ਕੰਮ ਅੱਗੇ ਵਧੂਗਾ। ਦੇਖੋ ਜੀ, ਜੇ ਉਹ ਬਿਆਨ ਕਰ ਰਹੇ ਤਾਂ ਕਰਨ ਕੁਛ ਨਾ ਕੁਛ। ਅਸੀਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਵੀ ਕਰਨ, ਮਿਲਣ। ਪਰ ਸਾਡੇ ਕੋਲੇ ਪਹੁੰਚਦਾ ਕੋਈ ਨਹੀਂਗਾ। ਇਹ ਬਿਆਨ ਪਾਸੇ ਹੀ ਹੈ, ਪਾਸੇ ਸਾਡੇ ਕੋਲੇ ਕੋਈ ਨਹੀਂ ਪਹੁੰਚਦਾ। ਸਾਡੇ ਕੋਲੇ ਅੱਜ ਤੱਕ ਮੇਰੇ ਕੋਲੇ ਨਾ ਕੋਈ ਸੈੱਟ ਵਾਲਾ, ਨਾ ਕੋਈ ਕਮਿਸ਼ਨ, ਨਾ ਕੋਈ ਉਦੋਂ 2015 ਤੋਂ ਇਲਾਵਾ ਨਾ ਕੋਈ ਨੇਤਾ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ। ਅਜੇ ਤੱਕ ਜਿੰਨੀ ਸਿੱਟ ਬਣੀਆਂ, ਉਹਨਾਂ ਦੀ ਜਾਂਚ ਹੋਈ ਹੈ, ਤੁਸੀਂ ਉਹਨਾਂ ਨੂੰ ਲੈ ਕੇ ਕਿੰਨੇ ਕੁ ਸੰਤੁਸ਼ਟ ਹੋ? ਦੇਖੋ, ਮੈਨੂੰ ਕੋਈ ਬੰਦਾ ਮਿਲਿਆ ਹੀ ਨਹੀਂ, ਮੇਰੇ ਕਿਸੇ ਨੇ ਬਿਆਨ ਹੀ ਨਹੀਂ ਲਏ। ਸਾਡੇ ਕੋਲ ਘਰੇ ਪਹੁੰਚੇ ਹੀ ਨਹੀਂ ਕੋਈ ਅਜੇ ਤੱਕ। ਪਾਸੇ ਹੈ ਤੇ ਕੀ ਕਹਿ ਸਕਦੇ ਆ? ਜਦੋਂ ਸੱਟ ਬਣਦੀ ਹੈ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਖਾਰਜ ਕਰ ਦਿੰਦੇ ਆ। ਸਭ ਰਲੇ ਮਿਲੇ ਹੈਗੇ ਆ ਤਾਂ ਕਹਿੰਦੇ ਆ। ਜਿਸ ਵੇਲੇ ਘਟਨਾ ਵਾਪਰੀ ਤੁਸੀਂ ਉਸ ਵੇਲੇ ਉੱਥੇ ਮੌਜੂਦ ਸੀ? ਨਹੀਂ ਜੀ, ਮੈਂ ਬਾਹਰ ਵਿਦੇਸ਼ 'ਚ ਸੀਗਾ। ਮੈਂ ਤਾਂ ਤੀਸਰੇ ਦਿਨ ਆਇਆ। ਉਹ ਲੰਗਰ ਲੈ ਕੇ ਗਿਆ ਸੀ, ਮੇਰਾ ਲੜਕਾ ਕੱਲਾ ਸੀ, ਘਰੇ ਕੰਮ ਕਰਦਾ ਸੀਗਾ। ਤੁਸੀਂ ਪੀੜਤ ਪਰਿਵਾਰ ਹੋ, ਤੁਹਾਡਾ ਇੱਕ ਜਵਾਨ ਮੁੰਡਾ ਚਲਾ ਗਿਆ, ਕਿ ਤੁਹਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਆ ਕੇ ਜਾਂਚ ਦੇ ਵਿੱਚ ਸ਼ਾਮਲ ਹੀ ਨਹੀਂ ਕੀਤਾ? ਨਾ ਜੀ, ਬਿਲਕੁਲ ਕਿਸੇ ਨੇ ਨਹੀਂ ਪੁੱਛਿਆ ਅੱਜ ਤੱਕ, ਕੋਈ ਕਿਸੇ ਨੇ ਵੀ। ਇੱਕ ਕੱਲੇ ਮੈਂ ਜਸਟਰ ਰਣਜੀਤ ਸਿੰਘ ਨੂੰ, ਉਹ ਵੀ ਖੁਦ ਜਾ ਕੇ ਮਿਲਿਆ ਫਰੀਦਕੋਟ। ਉਸ ਤੋਂ ਬਾਅਦ ਕਿਸੇ ਜਾਂਚ ਦੇ ਵਿੱਚ ਕੋਈ ਬੰਦਾ ਨਹੀਂ ਸਾਡੇ ਕੋਲੇ ਆਇਆ, ਕਿਸੇ ਨੇ ਸਾਡਾ ਕੋਈ ਬਿਆਨ ਨਹੀਂ ਲਿਖਿਆ, ਕੁਝ ਨਹੀਂ ਲਿਆ। ਹਾਂ, 4.5 ਸਾਲ ਹੋ ਗਏ ਨੇ, ਤੁਹਾਨੂੰ ਇਨਸਾਫ ਨਹੀਂ ਮਿਲਿਆ। ਤੁਸੀਂ ਇਹਦੇ ਲਈ ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ? ਜ਼ਿੰਮੇਦਾਰ ਤਾਂ ਸਰਕਾਰਾਂ ਨੂੰ ਮੰਨਦੇ, ਸਰਕਾਰ ਹੀ ਕਰ ਸਕਦੀ, ਹੋਰ ਕੌਣ ਕਰ ਸਕਦਾ? ਕਿ ਹੁਣ 2022 ਦੀ ਚੋਣਾਂ ਹੋਣ ਜਾ ਰਹੀਆਂ, ਬੇਅਦਬੀ ਦਾ ਮੁੱਦਾ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਜਾ ਰਿਹਾ ਹੈ। ਤੁਸੀਂ ਕੀ ਕਹੋਗੇ ਕਿ ਇਸ ਮੁੱਦੇ ਦੇ ਉੱਤੇ ਜਿਹੜੇ ਵੋਟਾਂ ਮੰਗੀ ਜਾ ਰਹੀਆਂ, ਇਹਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ, ਕਿ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ? ਤੇ ਲੂਣ ਹੀ ਛਿੜਕਿਆ ਜਾ ਰਿਹਾ ਨਾ, ਉਹ ਨਾ ਵਰਤਿਆ ਜਾ ਰਿਹਾ। ਨਾ ਵਰਤ ਕੇ ਮਤਲਬ ਆਪਦੀਆਂ ਸਰਕਾਰਾਂ ਬਣਾ ਲੈਂਦੇ, ਫਿਰ ਭੁੱਲ ਜਾਂਦੇ। ਉਹ ਗਏ ਸੀ, ਕਹਿੰਦੇ ਸਾਡੀ ਸਰਕਾਰ ਬਣਾਓ, ਜਿਹੜੇ ਕੰਮ ਹੈਗੇ ਆ ਅਸੀਂ ਤੁਹਾਨੂੰ ਸਰਕਾਰ ਬਣਦੇ ਸਾਰੀ ਕਰ ਦਿਆਂਗੇ। ਪਰ ਸਾਡੀ ਅੱਜ ਤੱਕ ਇੱਕ ਵੀ ਮੰਗ ਨਹੀਂ ਪੂਰੀ ਕਰੀ ਉਹਨਾਂ ਨੇ, ਇੱਕ ਵੀ। ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ SIT ਦੀ ਜਾਂਚ ਰਿਪੋਰਟ ਸੀਗੀ, ਉਸ ਨੂੰ ਲੈ ਕੇ ਤੁਸੀਂ ਕਿੰਨੇ ਸੰਤੁਸ਼ਟ ਹੋ? ਦੇਖੋ, ਸੰਤੁਸ਼ਟ ਤਾਂ ਅਸੀਂ ਹੈਗੇ ਹਾਂ, ਜੇ ਕੋਈ ਲਾਗੂ ਹੋਵੇ ਤਾਂ ਹੀ ਹੈ ਨਾ। ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਕਦੇ ਸੰਤੁਸ਼ਟ। ਖਬਰਾਂ 'ਚ ਆਈ ਜਾਂਦਾ, ਅਖਬਾਰਾਂ 'ਚ ਆਈ ਜਾਂਦਾ, ਉਹਦੇ ਨਾਲ ਕੀ ਫਰਕ ਪੈਂਦਾ? ਨਹੀਂ, ਇੱਕ SIT ਬਣੀ ਹੈ, ਉਹਦੇ ਤੋਂ ਕਿੰਨੀ ਕੁ ਉਮੀਦ ਤੁਹਾਨੂੰ ਲੱਗਦੀ ਹੈ ਕਿ ਇਨਸਾਫ ਜਿਹੜਾ ਛੇਤੀ ਮਿਲ ਜਾਏਗਾ? ਕਿਉਂਕਿ 6 ਮਹੀਨੇ ਦਾ ਸਮਾਂ ਵੀ ਮੁਕਰਰ ਕੀਤਾ ਗਿਆ। SIT ਨੇ ਸਾਡੇ ਕੋਲੇ ਹਜੇ ਤੱਕ ਸਾਨੂੰ ਕੋਈ ਪਹੁੰਚ ਹੀ ਨਹੀਂ ਕਰੀ, ਪਤਾ ਹੀ ਨਹੀਂ ਉਹ ਤੋਂ ਆਸ ਕੀ ਰੱਖ ਸਕਦੇ ਆ। ਜਿਹੜਾ ਸਾਡੇ ਕੋਲ ਕੋਈ ਪਹੁੰਚਿਆ ਹੀ ਨਹੀਂ, ਆਇਆ ਹੀ ਨਹੀਂਗਾ, ਸਾਨੂੰ ਪਤਾ ਹੀ ਨਹੀਂ ਵੀ ਕੀ ਕਰ ਰਹੇ ਆ, ਕੀ ਨਹੀਂ ਕਰ ਰਹੇ, ਕੀ ਉਹਦੀ ਇਨਸਾਫ ਦੀ ਆਸ ਕੀ ਰੱਖ ਸਕਦੇ। ਇੱਕ ਆਖਰੀ ਸਵਾਲ, ਜੇਕਰ ਸਾਲ 2022 ਦੀ ਜਿਹੜੀ ਚੋਣਾਂ ਹੋਣ ਜਾ ਰਹੀਆਂ, ਇਹਨਾਂ ਦੇ ਵਿੱਚ ਬਾਈਬਲ ਕਲਾ ਗੋਲੀ ਕਾਂਡ ਨੂੰ ਮੁੱਦਾ ਬਣਾਇਆ ਜਾਵੇਗਾ ਤੇ ਤੁਸੀਂ ਉਹਦੇ ਖਿਲਾਫ ਕੁਝ ਕਦਮ ਚੁੱਕੋਗੇ? ਅਸੀਂ ਕੀ ਕਦਮ ਚੁੱਕ ਸਕਦੇ ਆ? ਗਰੀਬ ਬੰਦੇ ਆ, ਇਹ ਤਾਂ ਲੋਕਾਂ ਨੇ ਚੁੱਕਣਾ, ਸੰਗਤ ਨੇ ਚੁੱਕਣਾ, ਕੀ ਚੁੱਕਦੀ ਹੈ। ਤੇ ਇਹ ਅਸੀਂ ਤਾਂ ਬਸ ਕਹਿੰਦੇ ਆ ਵੀ ਲੋਕ ਆਪ ਹੀ ਸੋਚਣ ਵੀ ਕਿਹਨੇ ਕਰਾਇਆ ਹੈਗਾ ਤੇ ਉਹਨਾਂ ਨੂੰ ਸੱਪ ਸਿਖਾਉਣ। ਸ਼ੁਕਰੀਆ। ਐਸੀ ਸਾਧੂ ਸਿੰਘ, ਇਹਨਾਂ ਦਾ ਜਵਾਨ ਪੁੱਤ ਬਾਈਬਲ ਕਲਾ ਗੋਲੀ ਕਾਂਡ ਦੇ ਵਿੱਚ ਆਪਣੀ ਜਾਨ ਜਿਹੜੀ ਹੈ ਉਹ ਗਵਾ ਚੁੱਕਿਆ ਹੈ ਤੇ ਹੁਣ ਇਹਨਾਂ ਨੂੰ ਇਨਸਾਫ 4.5 ਸਾਲਾਂ ਤੋਂ ਨਹੀਂ ਮਿਲਿਆ। ਤੇ ਹੁਣ ਜਿਹੜੇ ਰਾਜਨੀਤਿਕ ਦਲਾਂ ਦੇ ਉੱਤੇ ਇਹਨਾਂ ਦੇ ਇੱਕ ਰੋਸ਼ ਹੈਗਾ ਹੈ ਕਿ ਇਸ ਮੁੱਦੇ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਇਨਸਾਫ ਦੇ ਲਈ
ਕੋਈ ਗੱਲ ਅੱਗੇ ਆ ਕੇ ਨਹੀਂ ਕਰ ਰਿਹਾ। ਹੁਣ ਵੇਖਣਾ ਹੋਏਗਾ ਕਿ ਕਦੋਂ ਇਹਨਾਂ ਨੂੰ ਇਨਸਾਫ ਮਿਲਦਾ ਹੈ ਤੇ ਇਸ ਮੁੱਦੇ ਦਾ ਅੰਜਾਮ ਹੁਣ ਕੀ ਹੋਏਗਾ। ਬਹਿਬਲ ਕਲਾਕਾਂਡ ਦੇ ਵਿੱਚ ਗੋਲੀ ਦੇ ਸ਼ਿਕਾਰ ਹੋਏ ਅਜੀਤ ਸਿੰਘ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੂੰ ਗੋਲੀ ਲੱਗੀ ਸੀ ਉਸ ਪੂਰੇ ਘਟਨਾਕ੍ਰਮ ਦੇ ਵਿੱਚ। ਅਜੀਤ ਸਿੰਘ ਜੀ, ਤੁਸੀਂ ਹੁਣ ਕਿਵੇਂ ਵੇਖਦੇ ਹੋ? 4.5 ਸਾਲ ਹੋ ਗਏ ਨੇ ਸਰਕਾਰ ਨੂੰ ਵੀ ਇਨਸਾਫ ਦੇ ਲਈ, ਤੁਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੋ, ਕਿੰਨਾ ਕੁ ਮੁਸ਼ਕਿਲ ਲੱਗਦਾ ਹੁਣ ਇਨਸਾਫ ਮਿਲੇਗਾ? ਮੁਸ਼ਕਿਲ ਤਾਂ ਜੀ ਦੇਖੋ ਲੱਗ ਹੀ ਰਿਹਾ, ਕਿਉਂਕਿ ਜਿਸ ਤਰ੍ਹਾਂ ਦੇ ਸ਼ੁਰੂ ਦੇ ਵਿੱਚ ਵਿਸ਼ਵਾਸ ਦਿਖਾ ਰਹੇ ਸੀ ਕਿ ਅਸੀਂ ਇਦਾਂ ਕਰਾਂਗੇ, ਚਾਹੇ ਉਹ ਰਾਜਨੀਤਿਕ ਪਾਰਟੀ ਹੋਵੇ, ਜਿੰਨੇ ਵੀ ਜਾਂਚ ਟੀਮ ਦੇ ਅਫਸਰ ਆਉਂਦੇ ਆ, ਉਹਦਾ ਵਿਸ਼ਵਾਸ ਨਹੀਂ ਦਿਖਾਉਂਦੇ ਆ ਕਿ ਅਸੀਂ ਜਾਂਚ ਕਰਾਂਗੇ, ਕਿਸੇ ਹੱਲ ਤੱਕ ਕਰਾਂਗੇ। ਪਰ ਹੁੰਦਾ ਕੀ ਹੈ, ਜਦੋਂ ਮਸਲਾ ਕੋਰਟ ਦੇ ਵਿੱਚ ਜਾਂਦਾ, ਟ੍ਰਾਇਲ ਹੁੰਦੇ ਆ, ਉੱਥੇ ਸਰਕਾਰ ਦੇ ਵਕੀਲ ਨਾਕਾਮਯਾਬ ਹੋ ਜਾਂਦੇ ਆ, ਉਹ ਮਸਲੇ ਨੂੰ ਚੰਗੀ ਤਰ੍ਹਾਂ ਨਹੀਂ ਰੱਖ ਪਾਉਂਦੇ ਕਹਿ ਲਓ ਜੱਜ ਸਾਹਿਬ ਦੇ ਸਾਹਮਣੇ, ਉੱਥੇ ਉਹ ਮਸਲਾ ਜਾ ਕੇ ਵੀਕ ਹੋ ਜਾਂਦਾ। ਇਸ ਲਈ ਉਮੀਦ ਤਾਂ ਸਾਨੂੰ ਰੱਖਣੀ ਪੈਣੀ ਆ, ਤੇ ਪਰ ਜੇ ਫਿਰ ਇਹ ਨਹੀਂ ਦੱਸ ਸਕਦੇ, ਇਹਨਾਂ ਦੀਆਂ ਕਹਿ ਲਓ ਦੇਸ਼ ਦੀਆਂ ਕੋਰਟ ਕਚਹਿਰੀਆਂ ਨਹੀਂ ਕਿਸੇ ਮਸਲੇ ਦਾ ਹੱਲ ਕਰ ਸਕਦੀਆਂ, ਤਾਂ ਇਹਨਾਂ ਨੂੰ ਬੇਨਤੀ ਹੈ ਕਿ ਰਾਜਨੀਤੀ ਤਾਂ ਬਿਲਕੁਲ ਨਾ ਕੀਤੀ ਜਾਵੇ, ਸਾਫ਼-ਸਾਫ਼ ਜਵਾਬ ਦਿੱਤਾ ਜਾਵੇ ਕਿ ਅਸੀਂ ਤੁਹਾਡੇ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ, ਅਸੀਂ ਕੋਈ ਆਪਦਾ ਹੋਰ ਰਾਹ ਚੁਣ ਲਈਏ। ਜਿਸ ਦਿਨ ਘਟਨਾ ਵਾਪਰੀ ਸੀ ਉਸ ਦਿਨ ਤੁਸੀਂ ਉੱਥੇ ਮੌਜੂਦ ਸੀਗੇ, ਕਿੰਨੀ ਤੁਹਾਡੀ ਉਮਰ ਸੀਗੀ ਤੇ ਕੀ ਉਸ ਦਿਨ ਹੋਇਆ ਕੀ ਸੀ? ਮੇਰੀ ਉਮਰ ਉਦੋਂ ਕਰੀਬ 17-18 ਸਾਲ ਦੇ ਕਰੀਬ ਸੀ, +2 ਪਾਸ ਆਊਟ ਹੋਇਆ ਸੀਗਾ ਜੀ ਮੈਂ ਉਦੋਂ 2015। ਸਾਰੀ ਘਟਨਾ ਜੀ ਸਾਰੀ ਅੱਖੀ ਵੇਖੀ ਸੀ, ਸੰਗਤ ਦੇ ਵਾਰਨਿੰਗ, ਲਾਠੀ ਚਾਰਜ ਕਰਿਆ, ਪਾਣੀ ਦੀਆਂ ਵਿਛਾੜਾਂ ਮਾਰੀਆਂ, ਇੱਥੋਂ ਤੱਕ ਕਿ ਪਥਰਾਵ ਵੀ ਹੋਇਆ, ਫਿਰ ਗੋਲੀਆਂ ਚੱਲੀਆਂ ਬਿਨਾਂ ਕਿਸੇ ਵਾਰਨਿੰਗ ਤੋਂ, ਚੇਤਾਵਨੀ ਦਿੱਤੇ, ਗੋਲੀਆਂ ਚਲਾਈਆਂ, ਤੇ ਫਿਰ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਜ਼ਖਮੀ ਹੋਈਆਂ ਉਹਨਾਂ ਨੂੰ ਆਪ ਤਾਂ ਕੀ ਚੱਕਣਾ ਸੀ, ਸਹਾਇਤਾ ਕੀ ਕਰਨੀ ਸੀ, ਤੇ ਜੇ ਉਹਨਾਂ ਦਾ ਕੋਈ ਸਾਥੀ ਚੱਕਦਾ ਸੀਗਾ, ਜੇ ਇੱਕ ਜਣੇ ਦੀ ਗੋਲੀ ਲੱਗ ਗਈ ਆ, ਉਹਦਾ ਸਾਥੀ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਤੇ ਵੀ ਲਾਠੀ ਚਾਰਜ ਬੇਤਹਾਸ਼ਾ ਕੀਤਾ ਜਾਂਦਾ ਸੀ। ਤੇ ਇਹ ਗੱਲਾਂ ਅਸੀਂ ਇਕੱਲੇ ਕਹਿਣ ਦੀਆਂ ਨਹੀਂ, ਅਸੀਂ ਆਪਦੀ ਅੱਖੀਂ ਵੇਖੀਆਂ, ਤੇ CCTV ਕੈਮਰੇ ਦੀ ਫੁਟੇਜ ਪਈਆਂ ਅੱਜ ਦੇ ਸਮੇਂ 'ਚ ਵੀ। ਇਹ ਜਿੱਥੇ ਆਪਣਾ ਬਲਜੀਤ ਸਿੰਘ ਸਿੱਧੂ ਹੋ ਗਏ, ਚਰਨਜੀਤ ਸ਼ਰਮਾ, ਜਿੰਨੇ ਵੀ ਆਫੀਸਰ ਸੀਗੇ ਉੱਥੇ ਡਿੱਗੇ ਪਿਆ ਨੂੰ ਇਹਨਾਂ ਨੇ ਲੱਤਾਂ ਮਾਰੀਆਂ, ਗੋਲੀ ਵੱਜਣ ਤੋਂ ਬਾਅਦ ਵੀ ਲਾਠੀ ਚਾਰਜ ਕੀਤਾ। ਜਿਹੜੇ ਸਾਥੀ ਚੱਕ ਰਹੇ ਸੀ ਕਿਸੇ ਨੂੰ ਜ਼ਖਮੀ ਹੋਏ ਨੂੰ, ਉਹਨਾਂ ਨੂੰ ਬਹੁਤ ਜ਼ਿਆਦਾ ਨਜਾਇਜ਼ ਕੁੱਟਿਆ ਗਿਆ ਜੀ। ਤੁਹਾਡੇ ਕਿਹੜੇ ਪਾਰਟ ਤੇ ਉੱਤੇ ਗੋਲੀ ਵੱਜੀ ਤੇ ਹੁਣ ਤੁਹਾਨੂੰ ਕੀ ਖਾਮਿਆਜਾ ਉਹਦਾ ਭੁਗਤਣਾ ਪੈ ਰਿਹਾ? ਮੇਰੇ ਸੱਜੇ ਪੱਟ ਦੇ ਵਿੱਚ ਸਾਈਡ ਤੋਂ ਗੋਲੀ ਲੱਗੀ ਸੀ, ਸੱਜੇ ਪੱਟ ਦੇ ਵਿੱਚ ਦੀ ਕ੍ਰਾਸ ਹੋ ਕੇ ਗੋਲੀ ਖੱਬੇ ਪੱਟ ਦੇ ਵਿੱਚ ਵੱਜੀ ਸੀ। ਉਦੋਂ ਦੋਨੇ ਪੱਟ ਮੇਰੇ ਟੁੱਟ ਗਏ ਸੀਗੇ। ਦੋਨੇ ਪੱਟ ਟੁੱਟਣ ਦੇ ਬਾਅਦ ਨਾੜਾਂ ਬਹੁਤ ਵਿੱਚੋਂ ਡੈਮੇਜ ਹੋ ਗਈਆਂ ਬੁਰੀ ਤਰ੍ਹਾਂ। ਡਾਕਟਰ ਸਾਹਿਬ ਨੇ ਤਾਂ ਇਹ ਗੱਲ ਕਹੀ ਸੀ ਕਿ ਤੁਹਾਡੀਆਂ ਲੱਤਾਂ ਕੱਟਣੀਆਂ ਪੈਣਗੀਆਂ, ਪਰ ਉਹਨਾਂ ਨੇ ਮਿਹਨਤ ਕੀਤੀ, ਪ੍ਰਮਾਤਮਾ ਨੇ ਸਿਰ ਤੇ ਹੱਥ ਰੱਖਿਆ, ਕੋਈ ਸਮੱਤ ਬਖਸ਼ੀ, ਉਹਨਾਂ ਨੇ ਇਲਾਜ ਦੇ ਵਿੱਚ ਕਾਮਯਾਬ ਹੋ ਗਏ ਤੇ ਉਹ ਲੱਤਾਂ ਤਾਂ ਬਚਾ ਲਈਆਂ ਗਈਆਂ। ਪਰ ਜਿਹੜੀ ਗੱਲ ਹੈ ਹੁਣ ਵੀ ਡੈਮੇਜ ਜਿੰਨਾ ਹੋਇਆ ਸੀਗਾ ਉਹ ਪ੍ਰੋਪਰ ਕਦੇ ਨਹੀਂ ਹੋ ਸਕਦਾ। ਅੱਜ ਵੀ ਮੈਨੂੰ ਫੁੱਟ ਐਂਕਲ ਵਗੈਰਾ ਫੁੱਟ ਡਰੋਪ ਦੀ ਮਦਦ ਨਾਲ ਤੁਰਨਾ ਫਿਰਨਾ ਪੈ ਰਿਹਾ। ਪਹਿਲੇ 2-3 ਸਾਲ ਤਾਂ ਮੈਂ ਬਿਲਕੁਲ ਸੋਟੀਆਂ ਦੀ ਮਦਦ ਨਾਲ ਜਿਵੇਂ ਤੁਰਦਾ ਰਿਹਾ, ਪਰ ਪ੍ਰੋਬਲਮ ਹੁਣ ਵੀ ਆਉਂਦੀ ਹੈ, ਕੋਈ ਗੱਲ ਨਹੀਂ। ਪਰ ਜਿਹੜਾ ਅਸੀਂ ਇਹ ਮਸਲੇ ਦੀ ਮੇਨ ਗੱਲ ਹੈ ਕਿ ਅਸੀਂ ਇਹਨੂੰ ਪੂਰ ਚੜਾ ਕੇ ਜਿੱਥੇ ਤੱਕ ਨਹੀਂ ਚੜਦਾ ਹੀ ਲੜਾਈ ਲੜਦੇ ਰਹਾਂਗੇ। ਇੱਕ ਆਖਰੀ ਸਵਾਲ, 2022 ਦੀ ਚੋਣਾਂ ਆਉਣ ਜਾ ਰਹੀਆਂ ਨੇ, ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਪੱਖੀ ਹੋਈ ਹੈ, ਸਾਰੇ ਸਿਆਸੀ ਦਲ ਇਸ ਨੂੰ ਮੁੱਦਾ ਬਣਾ ਰਹੇ ਨੇ। ਤੁਸੀਂ ਹੁਣ ਕੀ ਮਹਿਸੂਸ ਕਰਦੇ ਹੋ ਕਿ ਇਸ ਮੁੱਦੇ ਦੇ ਉੱਤੇ ਰਾਜਨੀਤੀ ਹੋ ਰਹੀ ਹੈ, ਵੋਟਾਂ ਜਿਹੜੀਆਂ ਫਰੋਲੀ ਜਾ ਰਹੀਆਂ? ਇਹ ਸ਼ੁਰੂ ਤੋਂ ਇਦਾਂ ਹੀ ਹੁੰਦਾ ਜੀ। ਪਹਿਲਾਂ ਜਦੋਂ ਬਾਦਲ ਸਰਕਾਰ ਦੇ ਵਿੱਚ ਇਹ ਬੇਅਦਬੀ ਹੋਈ, ਉਦੋਂ ਮੌਜੂਦਾ ਸਰਕਾਰ ਵੀ ਸੱਤਾ ਜਿਹੜੀ ਲੈ ਕੇ ਆਈ ਹੈ ਇਸੇ ਮਸਲਿਆਂ ਦੇ। ਇਹ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਸਹੁੰ ਖਾਦੀ ਕਿ ਅਸੀਂ ਇਸ ਮਸਲੇ ਦਾ ਹੱਲ ਕਰਾਂਗੇ, ਇਹ ਬੜਾ ਬੋਲਦੇ ਰਹੇ, ਤੇ ਚਲੋ ਲੋਕਾਂ ਨੇ ਵਿਸ਼ਵਾਸ ਕੀਤਾ, ਵੋਟਾਂ ਦਿੱਤੀਆਂ, ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ। ਉਦੋਂ ਵੀ ਇਹਨਾਂ ਨੇ ਇਸ ਮਸਲਿਆਂ ਤੇ ਰਾਜਨੀਤੀ ਕਰਕੇ ਵੋਟਾਂ ਲੈ ਕੇ ਸੱਤਾ 'ਚ ਆ ਗਏ, ਪਰ ਹੱਲ ਕੁਝ ਨਹੀਂ ਕਰ ਸਕੇ ਮਸਲੇ ਦਾ। ਤੇ ਇਸ ਲਈ ਅਸੀਂ ਹੁਣ ਬੇਨਤੀ ਕਰਦੇ ਹਾਂ ਵੀ ਇਸ ਮਸਲਿਆਂ ਤੇ ਰਾਜਨੀਤੀ ਨਾ ਕੀਤੀ ਜਾਵੇ, ਤੇ ਪੰਜਾਬ ਦੇ ਲੋਕਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਗੱਲਾਂ ਦੇ ਵਿੱਚ ਬਿਲਕੁਲ ਨਾ ਆਇਆ ਜਾਵੇ। ਕਿਉਂਕਿ ਦੇਖੋ ਅੱਜ ਦੇ ਸਮੇਂ ਦੇ ਵਿੱਚ ਕੋਈ ਸੁਖੀ ਨਹੀਂ ਹੈ, ਨਾ ਅਧਿਆਪਕ, ਨਾ ਪੁਲਿਸ ਮੁਲਾਜ਼ਮ ਤੇ ਕਿਸਾਨ ਕੋਈ ਸੁਖੀ ਨਹੀਂ। ਅੱਜ ਦੇ ਕਿਸੇ ਨੂੰ ਇਹ ਕੋਈ ਕਹਿ ਲਓ ਭਰੋਸਾ ਨਹੀਂ ਕਿਸੇ ਦਾ ਜਿੱਤ ਸਕੇ, ਤੇ ਨਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦੀਆਂ ਕਿਸੇ ਵੀ ਗੱਲਾਂ ਦੇ ਵਿੱਚ ਨਾ ਆਇਆ ਜਾਵੇ। ਸ਼ੁਕਰੀਆ। ਐਸੀ ਬਹਿਬਲ ਕਲਾਕਾਂਡ ਦੇ ਪੀੜਤ ਅਜੀਤ ਸਿੰਘ ਜਿਨ੍ਹਾਂ ਨੂੰ ਗੋਲੀ ਵੱਜੀ ਸੀ, ਉਹਨਾਂ ਨੂੰ ਕਿਹਾ ਹੈ ਕਿ ਹਜੇ ਤੱਕ ਇਨਸਾਫ ਨਹੀਂ ਮਿਲਿਆ, ਉਹਨੂੰ ਨਿਰਾਸ਼ਾ ਇਸ ਮੁੱਦੇ ਨੂੰ ਲੈ ਕੇ ਹੋ ਰਹੀ ਹੈ, ਤੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਉਹਨਾਂ ਨੂੰ ਦਿੱਤਾ ਹੈ ਕਿ ਜਿਹੜੇ ਝੂਠੀ ਗੱਲਾਂ ਹੈ ਤੇ ਬਹਿਬਲ ਕਲਾਕਾਂਡ ਦੇ ਉੱਤੇ ਜਿਹੜੇ ਲੋਕੀ ਵੋਟ ਮੰਗਦੇ ਨੇ, ਉਹਦੀ ਰਿਆਜ਼ਤ ਦੇ ਉੱਤੇ ਸਿਆਸਤ ਕਰਦੇ ਨੇ, ਉਹਨਾਂ ਲੋਕਾਂ ਨੂੰ ਮੂੰਹ ਨਾ ਲਾਉਣ। ਇਸ ਵੇਲੇ ਸੁਖਰਾਜ ਸਿੰਘ ਸਾਡੇ ਨਾਲ ਮੌਜੂਦ ਨੇ। ਇਹਨਾਂ ਦੇ ਪਿਓ ਦੀ ਬਹਿਬਲ ਕਲਾਂ ਗੋਲੀकांड ਦੇ ਵਿੱਚ ਮੌਤ ਹੋ ਗਈ ਸੀ ਤੇ ਹੁਣ ਅਜੇ ਤੱਕ ਇਨਸਾਫ ਨਾ ਮਿਲਣ ਤੋਂ ਨਿਰਾਸ਼ ਨੇ। ਸੁਖਰਾਜ ਸਿੰਘ ਜੀ, ਬਾਈ ਜੀ ਨਿਰਾਸ਼ਾ ਤਾਂ ਕੀ, ਹੁਣ ਤਾਂ ਪਛਤਾਵਾ ਹੋ ਰਿਹਾ ਉਹਨਾਂ ਪੰਜਾਬ ਦੇ ਲੋਕਾਂ ਦੇ ਨਾਲ ਜਿਨ੍ਹਾਂ ਨੇ ਆਹ ਘਟੀਆ ਪਾਰਟੀ ਕਹਿ ਲਓ ਜਾਂ ਘਟੀਆ ਲੋਕਾਂ ਨੂੰ ਇਸ ਇਸ਼ੂ ਦੇ ਕਰਕੇ ਭਰੋਸਾ ਕਰਕੇ ਰਾਜਨੀਤੀ ਦੇ ਵਿੱਚ ਲੈ ਕੇ ਆਂਦਾ ਸੀ। ਸੋ ਇਹ ਗੱਲਾਂ ਜਿਹੜੀਆਂ ਅੱਜ ਉਹਨਾਂ ਦੁਖੀ ਮਨ ਦੇ ਨਾਲ ਅਸੀਂ ਕਰ ਰਹੇ ਹਾਂ ਕਿ ਅਸੀਂ ਇਨਸਾਫ ਲੈਣ ਦੇ ਲਈ ਇਕਜੁੱਟ ਹੋਏ ਸੀਗੇ, ਇਹਨਾਂ ਦੀ ਸਰਕਾਰ ਬਣਾਈ ਸੀ, ਪਰ ਇਹਨਾਂ ਨੇ ਟੋਟਲ ਰਾਜਨੀਤੀ ਕੀਤੀ ਆ ਜਿਹਦੇ ਤੋਂ ਸਾਨੂੰ ਕੋਈ ਆਸ ਨਹੀਂ ਆ, ਤੇ ਇਸੇ ਕਰਕੇ ਕਹਿੰਦੇ 2022 ਦਾ ਮੁੱਦਾ ਨਾ ਹੋਵੇ।
2022 ਦੇ ਵਿੱਚ ਇਸ ਮੁੱਦੇ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿ ਜਿਹੜੇ ਪੰਜਾਬ ਦੀ ਸਿਆਸਤ ਹੈ ਬਾਈਬਲ ਕਲਾਂ ਕਾਂਡ ਨੂੰ ਲੈ ਕੇ ਉਹਨੂੰ ਮੱਦੇਨਜ਼ਰ ਰੱਖ ਕੇ ਇਹਦੇ ਉੱਤੇ ਜਿਹੜਾ ਕੰਮ ਅੱਗੇ ਵਧੇਗਾ, ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜੀ, ਪਹਿਲਾਂ ਹੀ ਕਹਤਾ ਮੈਂ ਵੀ ਜੇ 2022 ਦੇ ਵਿੱਚ ਇਹ ਮੁੱਦਾ ਆਊਗਾ ਤਾਂ ਅਸੀਂ ਇਹ ਮੁੱਦੇ ਦਾ ਉਹਨਾਂ ਲੋਕਾਂ ਦਾ ਵਿਰੋਧ ਕਰਾਂਗੇ। ਇਹ ਮੁੱਦੇ ਨੂੰ ਲੈ ਕੇ ਜਿਹੜਾ ਵੀ ਇਸ ਤੇ ਕਹੂਗਾ ਵੀ ਅਸੀਂ ਬੇਅਦਬੀ ਦਾ ਇਨਸਾਫ ਕਰਾਂਗੇ, ਉਹ ਚਾਹੇ ਕੈਪਟਨ ਹੋਵੇ, ਚਾਹੇ ਨਵਜੋਤ ਸਿੱਧੂ ਹੋਵੇ, ਚਾਹੇ ਰੰਧਾਵਾ, ਕੋਈ ਵੀ ਲੀਡਰ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ, ਅਕਾਲੀ ਦਲ ਦੇ ਹੋਣ, ਕਾਂਗਰਸ ਦੇ ਹੋਣ, ਆਮ ਆਦਮੀ ਦੇ ਹੋਣ, ਪੰਜਾਬ ਦੀ ਰਾਜਨੀਤੀ 'ਚ 2022 ਦਾ ਬੇਅਦਬੀ ਦਾ ਮੁੱਦਾ ਨਾ ਹੋਵੇ, ਹੋਰ ਜੋ ਮਰਜ਼ੀ ਹੋਵੇ। ਇਨਸਾਫ ਦੇ ਵਿੱਚ ਦੇਰੀ ਦੇ ਲਈ ਕਿਸ ਨੂੰ ਜ਼ਿੰਮੇਦਾਰ ਮੰਨਦੇ ਹੋ ਤੁਸੀਂ? ਮੌਜੂਦਾ ਸਰਕਾਰ ਜਿਹੜੀ ਇਸ ਇਸ਼ੂ ਦੇ ਉੱਤੇ ਬਣਾਈ ਗਈ ਲੋਕਾਂ ਨੂੰ ਇਨਸਾਫ ਨਹੀਂ ਦੇ ਕੇ ਸਕੀ, ਇਹ ਸਭ ਤੋਂ ਵੱਡੀ ਜ਼ਿੰਮੇਵਾਰ ਹੈ। ਕੀ ਲੱਗਦਾ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ SIT ਸੀ ਉਹਦੀ ਰਿਪੋਰਟ ਨੂੰ ਕਿੰਨਾ ਇਤਫਾਕ ਰੱਖਦੇ ਹੋ ਤੁਸੀਂ? ਦੇਖੋ, ਜਿੰਨੀ ਉਹ ਸਹੀ ਆ ਅੱਜ ਕੋਰਟ ਦੇ ਵਿੱਚ ਪਈ ਆ, ਜਿਹੜੀ ਨੂੰ ਗਲਤ ਕਿਹਾ ਗਿਆ ਕਹਿੰਦੇ ਗਲਤ ਆ, ਉਹ ਖਾਰਜ ਕਰਦੀ ਆ। ਹੁਣ ਉਹਨੂੰ ਜਾਂ ਤਾਂ ਜੇ ਉਹ ਸਹੀ ਮੰਨਦੇ ਆ ਸਹੀ ਕਰਾ ਲ ਸਕਦੀ ਸਰਕਾਰ ਨੇ ਕੋਈ ਉਹ ਤੇ ਪੱਖ ਨਹੀਂ ਰੱਖਿਆ। ਜੇ ਉਹ ਗਲਤ ਸੀ ਨਵੀਂ ਬਣਾਤੀ ਆ, ਤੇ ਜਿਹੜੀ ਉਹ ਤੇ ਜੱਜਮੈਂਟ ਆਈ ਆ ਉਹ ਗਲਤ ਹੈ ਤੇ ਉਹਨੂੰ ਨਹੀਂ ਸਹੀ ਕਰਾ ਰਹੇ। ਸੋ ਸਾਰੇ ਪਾਸੇ ਗੋਲਮੋਲ ਗੱਲ ਚੱਲ ਰਹੀ ਹੈ ਇਹਨਾਂ ਦੀ। ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ ਤੇ ਸਿਰਫ ਸਿਆਸਤ ਕਰਨੀ ਚਾਹੁੰਦੇ ਆ ਬਸ। ਹੁਣ ਜਿਹੜੀ ਨਈ SIT ਬਣੀ ਉਸ ਤੋਂ ਕਿੰਨੀ ਉਮੀਦ ਲਾਈ ਬੈਠੇ? ਉਮੀਦਾਂ ਤਾਂ ਸਾਨੂੰ ਸਾਰਿਆਂ ਤੋਂ ਹੀ ਆ ਜਿਹੜੇ ਸਾਨੂੰ ਇਨਸਾਫ ਦੇਣ ਦੀ ਗੱਲ ਕਰਨਗੇ, ਪਰ ਇਨਸਾਫ ਦੇਣ ਦੇ ਲਈ ਜਿਹੜੀ SIT ਹੁਣ ਬਣਾਈ ਗਈ ਆ, ਇਹ SIT ਦਾ ਵਜੂਦ ਖਤਮ ਇਸ ਕਰਕੇ ਆ ਕਿਉਂਕਿ ਜਿਹੜੀ ਜੱਜਮੈਂਟ ਉਹ ਇੱਕ ਦੋਸ਼ੀਆਂ ਦੇ ਲਈ ਸਟਾਪਰ ਦਾ ਕੰਮ ਕਰ ਰਹੀ ਆ ਤੇ ਉਹ ਸਟਾਪ ਹੀ ਆ। ਉਹ ਦੋਸ਼ੀ ਉਸ ਜੱਜਮੈਂਟ ਨੂੰ ਲੈ ਕੇ ਬਾਹਰ ਆਉਣਗੇ, ਜਿਹੜੇ ਨੂੰ ਇਹ ਨਵੇਂ ਨੂੰ ਦੋਸ਼ੀ ਬਣਾਉਣਗੇ, ਕਿਉਂਕਿ ਦੋਸ਼ੀ ਸੇਮ ਰਹਿਣੇ ਆ ਜਿਹੜੇ ਉਸ ਚਲਾਨ ਦੇ ਵਿੱਚ ਪਹਿਲਾਂ ਵੀ ਸੀਗੇ। ਉਹ ਚਾਹੇ ਸਮੇਤ ਸੈਣੀ ਆ, ਚਾਹੇ ਉਮਰਾ ਨੰਗਲਾ, ਚਾਹੇ ਸ਼ਰਮਾ, ਚਾਹੇ ਹੋਰ ਹੈ, ਉਹ ਸਾਰੇ। ਇੱਕ ਮੇਰਾ ਆਖਰੀ ਸਵਾਲ, ਜੇਕਰ ਕੋਈ ਸਿਆਸੀ ਦਲ ਤੁਹਾਨੂੰ ਆਫਰ ਕਰੇ ਤੁਸੀਂ ਚੋਣ ਲੜੋ ਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਮਜ਼ਬੂਤੀ ਦੇ ਨਾਲ ਇਸ ਨੂੰ ਲੜੋ? ਕਿਸੇ ਵੀ ਸਿਆਸੀ ਦਲ ਨਾਲੋਂ ਨਹੀਂ ਅਸੀਂ ਲੜਾਂਗੇ, ਕਿਸੇ ਵੀ ਸਿਆਸੀ ਪਾਰਟੀ 'ਚ ਜਾ ਕੇ ਮੈਂ ਚੋਣ ਨਹੀਂ ਲੜੂੰਗਾ, ਨਾ ਹੀ ਕਿ ਹਜੇ ਚੋਣ ਲੜਨ ਦਾ ਸਾਡਾ ਮਨ ਹੈ। ਧੰਨਵਾਦ। ਸ਼ੁਕਰੀਆ। ਐਸੀ ਸੁਖਰਾਜ ਸਿੰਘ ਜਿਨ੍ਹਾਂ ਦੇ ਪਿਓ ਦੀ ਬਾਈਬਲ ਕਲਾਕਾਂਡ ਦੇ ਵਿੱਚ ਮੌਤ ਹੋ ਗਈ ਸੀ, ਜਿਹੜੇ ਲਗਾਤਾਰ ਨਿਰਾਸ਼ਾ ਜ਼ਾਹਰ ਕਰ ਰਹੇ ਨੇ तमाम राजनीतिक दलों तो, क्योंकि इन्होंने हजे तक इंसाफ नहीं मिला तो बाइबल कलाकांड नूं सियासी मुद्दा बनाया जा रहा है। उन्होंने साफ तौर पर ऐलान किया जेकर साल 2022 की चोणों के विच बाइबल कलाकांड नूं मुद्दा बना के चोणां लड़ी गई तो असीं उन तमाम सियासी दलों का बहिष्कार करांगे। कैमरामैन हरजोत कौशिक के नाल राजेश चौहान, लिविंग इंडिया।